ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਨਾਥ ਸੋ ਗਿਆਨੀ ਕੋਟ ਕੋ, ਨਿਸ਼ਚੈ ਨਿਜ ਮਤ ਏਕ। ਏਕ ਅਗਿਆਨੀ ਕੇਹੀਏ, ਵਰਤਤ ਮਤੇ ਅਨੇਕ। ਅਨਾਥ ਸੋ ਗਿਆਨੀ ਕੋਟ ਕੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਠਵਾਂ ਬਿਸਰਾਮ ਤਥਾ ਅਖੀਰਲਾ ਜਿਹੜਾ ਅਧਿਆਇ ਵਿਚਾਰ ਮਾਲਾ ਦਾ, ਉਹਦੀ ਆਪਾਂ ਵਿਚਾਰ ਕਰ ਰਹੇ ਹਾਂ। ਅੱਜ 10ਵਾਂ ਦੌਰਾ ਆਰੰਭ ਹੋਣ ਜਾ ਰਿਹਾ। ਜਿਵੇਂ ਗੁਰੂ ਪ੍ਰੀਖਿਆ ਲੈਣ ਵਾਸਤੇ ਆਪਣੇ ਸਿੱਖ ਨੂੰ ਕਹਿ ਰਹੇ ਆ, ਉਹ ਅਨਾਥਪੁਰੀ ਸੰਤ ਕਵੀ ਜੀ ਕਹਿ ਰਹੇ। ਅਨਾਥ ਸੋ ਗਿਆਨੀ ਕੋਟ ਕੋ। ਅਨਾਥਪੁਰੀ ਕਵੀ ਜੀ ਕਹਿੰਦੇ ਹਨ, ਕਥਨ ਕਰਦੇ ਆ, ਜੇਕਰ ਕੋਟ ਕਹੀਏ ਕਰੋੜਾਂ, ਸੋ ਗਿਆਨੀ ਕਹੀਏ ਜਿਹੜੇ ਸ੍ਰੇਸ਼ਟ ਗਿਆਨਵਾਨ ਆ, ਉਹਨਾਂ ਸ੍ਰੇਸ਼ਟ ਗਿਆਨਵਾਨ ਕਰੋੜਾਂ ਦਾ ਕੋ ਕਹੀਏ ਦਾ ਸਮੁਦਾਇ ਇਕੱਠਾ ਹੋ ਜਾਵੇ, ਭਾਵੇਂ ਇਕੱਠ ਹੋ ਜਾਵੇ, ਤਾਂ ਨਿਸ਼ਚੈ ਨਿਜ ਮਤ ਏਕ, ਤਾਂ ਉਹਨਾਂ ਦਾ ਜਿਹੜਾ ਨਿਸ਼ਚੇ, ਉਹਨਾਂ ਦੇ ਨਿਸ਼ਚੇ ਦੇ ਸਹਿਤ ਨਿਜ ਮਤ, ਨਿਜ ਕਈ ਜਿਹੜਾ ਆਪਣਾ ਮਤ ਸਿਧਾਂਤ ਆ, ਇੱਕੋ ਇੱਕ ਉਹ ਖਿਆਲ ਹੁੰਦਾ ਹੈ। ਇੱਕੋ ਇੱਕ ਹੀ ਮਤ ਸਿਧਾਂਤ ਉਹਨਾਂ ਦਾ ਖਿਆਲ ਹੁੰਦਾ ਗਿਆਨੀ ਪੁਰਸ਼ਾਂ ਦਾ। ਕਿ ਜੇ ਸ੍ਰੇਸ਼ਟ ਗਿਆਨੀ, ਸ੍ਰੇਸ਼ਟ ਗਿਆਨਵਾਨ ਕਰੋੜਾਂ ਦਾ ਜਿਹੜਾ ਸਮੁਦਾਇ ਇਕੱਠਾ ਹੋ ਜੇ ਨਾ, ਤੇ ਉਹਨਾਂ ਦਾ ਮਤ ਨਿਸ਼ਚਾ, ਉਹਨਾਂ ਦਾ ਜਿਹੜਾ ਨਿਜ ਮਤ, ਆਪਣਾ ਮਤ ਆ, ਜਾਂ ਵੀ ਉਹਨਾਂ ਦਾ ਇੱਕੋ ਇੱਕ ਹੀ ਆਪਣਾ ਨਿਸ਼ਚੇ ਰੂਪ ਮਤ ਸਿਧਾਂਤ ਖਿਆਲ ਹੁੰਦਾ। ਭਾਵ ਵੱਖੋ ਵੱਖਰੇ ਉਹਨਾਂ ਦੇ ਨਿਸ਼ਚੇ ਨਹੀਂ ਹੁੰਦੇ, ਇੱਕੋ ਹੀ ਸਿਧਾਂਤ ਹੁੰਦਾ, ਉਹਨਾਂ ਦੀ ਮਤ ਇੱਕੋ ਹੀ ਹੁੰਦੀ ਆ। ਗਿਆਨੀਆਂ ਦਾ ਜਿਹੜਾ ਬਚਨ ਆ, ਆਪੋ ਵਿੱਚ ਹੀ ਮਿਲਦੇ ਜੁਲਦੇ ਆ। ਇਹ ਨਹੀਂ ਉਹਨਾਂ ਦੇ ਇੱਕ ਦਾ ਹੋਰ ਮਤਾ, ਇੱਕ ਦਾ ਹੋਰ ਮਤਾ। ਉਦੋਂ ਚਿੱਤੇਪਨ ਵਾਲੇ ਅਗਿਆਨੀਆਂ ਦਾ ਹੁੰਦਾ ਮਤਾ, ਕੋਈ ਇੱਕ ਗੱਲ ਕਰਦਾ, ਦੂਜਾ ਕੋਈ ਗੱਲ ਕਰੀ ਜਾਂਦਾ। ਗਿਆਨੀ ਮਹਾਂਪੁਰਸ਼ਾਂ ਨੂੰ ਪਤਾ ਵੀ ਜਿਹੜੀ ਗੱਲ ਇੱਕ ਗਿਆਨੀ ਨੇ ਕੀਤੀ ਆ, ਬਿਲਕੁਲ ਸਿਧਾਂਤਕ ਹੈ। ਇਸ ਕਰਕੇ ਉਹਨਾਂ ਦਾ ਜਿਹੜਾ ਨਿਜ ਆਪਣਾ ਇੱਕ ਕਹੀਏ ਇੱਕੋ ਇੱਕ ਹੀ ਮਤ ਸਿਧਾਂਤ ਖਿਆਲ ਨਿਸ਼ਚੇ ਰੂਪ ਵਿੱਚ ਯਕੀਨਨ ਹੁੰਦਾ ਹੈ। ਇੱਕੇ ਮਤ ਦੇ ਵਿੱਚ ਸਾਰੇ ਗਿਆਨੀ ਕਰੋੜਾਂ ਇਕੱਠੇ ਕਰ ਲਓ, ਇੱਕੋ ਹੀ ਗੱਲ ਕਰਨਗੇ। ਏਕ ਅਗਿਆਨੀ ਕੇ ਹੀ ਇੱਕ ਜਿਹੜਾ ਅਗਿਆਨੀ ਹੈ, ਭਾਵ ਗਿਆਨ ਤੋਂ ਹੀਣਾ, ਗਿਆਨ ਤੋਂ ਰਹਿਤ, ਉਸ ਪੁਰਖ ਦੇ ਕੇ ਦਾ ਅਰਥ ਦੇ ਹੀ ਦਾ ਹਿਰਦੇ, ਉਸ ਪੁਰਖ ਦੇ ਹਿਰਦੇ ਵਿੱਚ ਵਰਤਤ ਮਤੇ ਅਨੇਕ, ਅਨੇਕ ਕਹੀਏ ਬੇਅੰਤੀ, ਮਤੇ ਜਿਹੜੇ ਵਿਚਾਰ ਆ, ਸਦਾ ਸਿਧਾਂਤ ਆ, ਵਰਤ ਕਹੀਏ ਵਰਤਦੇ ਰਹਿੰਦੇ ਆ, ਚੱਲਦੇ ਰਹਿੰਦੇ। ਉਹਨਾਂ ਦੇ ਸੰਕਲਪ ਭਾਵ ਪਲ ਵਿੱਚ ਹੋਰ ਹੁੰਦੇ ਆ, ਪਲ ਵਿੱਚ ਗਿਆਨੀ ਹੋ ਰਹੇ। ਕਿੱਡੀ ਵੱਡੀ ਗੱਲ ਆ ਕਿ ਕਰੋੜਾਂ ਗਿਆਨੀ ਹੋਣ ਸ੍ਰੇਸ਼ਟ, ਤੇ ਉਹਨਾਂ ਦਾ ਮਤ ਇੱਕੋ ਹੀ ਹੁੰਦਾ ਨਿਸ਼ਚਾ। ਤੇ ਇੱਧਰ ਅਗਿਆਨੀ ਇੱਕ ਹੋਵੇ ਤੇ ਉਹਦੇ ਮਤ ਬਹੁਤੇ ਹੁੰਦੇ, ਅਨੇਕਾਂ ਹੀ ਸੰਕਲਪ ਖਿਆਲ ਪਲ ਪਲ ਵਿੱਚ ਵਰਤਦੇ ਰਹਿੰਦੇ ਆ, ਚੱਲਦੇ ਰਹਿੰਦੇ ਆ, ਉੱਠਦੇ ਰਹਿੰਦੇ ਹਨ। ਵਰਤਤ ਤੇ ਤੱਤੇ ਨੂੰ ਸਿਆਰੀ ਹੈ, ਵਰਤਤ ਬੱਬਾ ਰਾਰਾ ਤੱਤਾ ਤੇ ਤੱਤੇ ਸਿਆਰੀ। ਬਾਕੀ ਪਾਠ ਸਾਰੇ ਇਸੇ ਤਰ੍ਹਾਂ ਹੀ। ਦੋਹਰਾ ਸੇਵਾ ਬਹੁਤ ਪ੍ਰਕਾਰ ਪੁੰਨ, ਇੱਕ ਕੋਈ ਸ਼ਰਧਾਲੂ ਪੁਰਖ, ਜਿਸ ਵਿਦਵਾਨ ਦੀ ਆਪਣੀ ਸਵੈਕਿਰਤ ਨਾ ਹੋਵੇ ਅਤੇ ਪ੍ਰਵਿਰਤੀ ਵਾਲੀ ਮਤ ਨਾ ਹੋਵੇ,
ਐਸੇ ਗਿਆਨਵਾਨ ਨੂੰ ਵਸਤਰ ਭੋਜਨ ਆਦਿਕ ਬਹੁਤ ਬੇਅੰਤ ਪ੍ਰਕਾਰ ਕਈਏ ਤਰ੍ਹਾਂ ਸੇਵਾ ਟਹਿਲ ਕਰੇ। ਪੁਨ ਕਈਏ ਫੇਰ ਭਾਵ ਦੂਸਰੇ ਪਾਸੇ ਅੰਗ ਤਰਾਸ ਕਰੇ ਕੋਈ। ਦੂਸਰੇ ਪਾਸੇ ਕੋਈ ਨਿਰਦਈ ਪੁਰਖ ਆਪਣੇ ਸੁਭਾਅ ਦੇ ਅਧੀਨ ਹੋ ਕੇ ਗਿਆਨਵਾਨ ਮਹਾਤਮਾ ਦੇ ਸਰੀਰ ਦੇ ਜਿਹੜੇ ਅੰਗਾਂ ਨੂੰ ਕਈ ਤਰ੍ਹਾਂ ਦੇ ਤਰਾਸ ਪਈਏ ਭਾਵ ਕਸ਼ਟ ਦੇ ਕੇ ਅਥਵਾ ਸ਼ਸਤਰ ਦੇ ਨਾਲ ਮਾਰਨ ਦਾ ਤਰਾਸ ਕਈਏ ਡਰ ਦੇ ਕੇ ਡਰਾਉਣਾ ਕਰੇ। ਸੇਵਾ ਬਹੁਤ ਪ੍ਰਕਾਰ ਪੁਨ। ਇਹ ਗਿਆਨਵਾਨ ਪੁਰਸ਼ ਜਿਹੜਾ ਸੇਵਾ ਬਹੁਤ ਪ੍ਰਕਾਰ ਪੁਨ ਅੰਗ ਤਰਾਸ ਕਰੇ ਕੋਈ। ਠੀਕ ਐਸਾ ਜਿਹੜਾ ਗਿਆਨਵਾਨ ਪੁਰਸ਼ ਆ, ਗਿਆਨਵਾਨ ਪੁਰਸ਼ ਨੂੰ ਬਹੁਤ ਪ੍ਰਕਾਰ ਨਾਲ ਦੀ ਸੇਵਾ ਕਰੇ ਭਾਵ ਭੋਜਨ ਵਸਤਰ ਆਦਿ ਮੁੱਠੀ ਚਾਬੀ ਆਦਿ ਕਰਕੇ ਬਹੁਤ ਪ੍ਰਕਾਰ ਬਹੁਤ ਤਰ੍ਹਾਂ ਨਾਲ ਦੀ ਸੇਵਾ ਕਰੇ। ਕੌਣ ਫਿਰ ਕੋਈ ਸ਼ਰਧਾਲੂ ਪੁਰਖ ਉਹਦੀ ਬੜੀ ਤਰ੍ਹਾਂ ਨਾਲ ਸੇਵਾ ਕਰੇ ਗਿਆਨਵਾਨ ਦੀ। ਫਿਰ ਅੰਗ ਤਰਾਸ ਕਰੇ ਕੋਈ। ਪੁੰਨ ਦਾ ਅਰਥ ਫਿਰ ਉਹਦੇ ਜਿਹੜੇ ਅੰਗ ਆ ਉਹ ਅੰਗਾਂ ਨੂੰ ਕਈ ਤਰ੍ਹਾਂ ਦਾ ਜਿਹੜਾ ਨਿਰਦਈ ਪੁਰਸ਼ ਆ ਐਵੇਂ ਨਿੰਦਕ ਆ ਤੇ ਉਹ ਗਿਆਨਵਾਨ ਸੰਤ ਮਹਾਤਮਾ ਨੂੰ ਤਰਾਸ ਕਰੇ, ਕਈ ਤਰ੍ਹਾਂ ਦਾ ਡਰ ਦੇਣਾ ਕਰੇ। ਸ਼ਸਤਰਾਂ ਦੇ ਮਾਰਨ ਨਾਲ ਕਈ ਤਰ੍ਹਾਂ ਡਰ ਦੇਣਾ ਕਰੇ, ਉਹਦੇ ਤੇ ਵਾਰ ਕਰਨਾ ਕਰੇ। ਸਮਝ ਆਈ ਹੈ ਕਿ ਨਹੀਂ? ਵੀ ਸੇਵਾ ਬਹੁਤ ਪ੍ਰਕਾਰ ਪੁੰਨ ਦੇ ਨਨੇ ਨੂੰ ਸਿਹਾਰੀ ਪਾਠ ਸ਼ੁੱਧ ਕਰ ਲੈਣਾ। ਇਹ ਕੋਈ ਸ਼ਰਧਾਲੂ ਪੁਰਖ ਹੈ ਜਿਹੜਾ ਉਹ ਗਿਆਨਵਾਨ ਜਿਹੜਾ ਪੁਰਸ਼ ਆ ਉਹਦੀ ਅਨੇਕਾਂ ਤਰੀਕਿਆਂ ਨਾਲ ਵੀ ਬਹੁਤ ਸੇਵਾ ਕਰੇ, ਬਹੁਤ ਪ੍ਰਕਾਰ ਬਹੁਤ ਤਰ੍ਹਾਂ ਨਾਲ। ਤੇ ਇਧਰ ਅੰਗ ਤਰਾਸ ਕਰੇ ਕੋਈ। ਫਿਰ ਜਿਹੜਾ ਦੂਜਾ ਦੁਸ਼ਟ ਪੁਰਸ਼ ਆ ਵੀ ਉਹ ਗਿਆਨਵਾਨ ਦੇ ਅੰਗਾਂ ਨੂੰ ਸਰੀਰ ਨੂੰ ਭਾਵ ਤਰਾਸਨਾ ਕਰੇ, ਡਰ ਦੇਣਾ ਕਰੇ, ਸ਼ਸਤਰ ਨਾਲ ਕਟਣਾ ਕਰੇ, ਸਰੀਰ ਨੁਕਸਾਨ ਕਰਨਾ ਚਾਹੇ। ਗਿਆਨੀ ਆਪਣ ਪੈ ਲਹੈ, ਗਿਆਨੀ ਆਪਣ ਪਉ ਲਹੈ, ਪਰ ਗਿਆਨਵਾਨ ਦੋਹਾਂ ਨੂੰ ਹੀ ਆਪਣ ਕਹੀਏ ਆਪਣਾ, ਪਉ ਕਹੀਏ ਸਰੂਪ ਹੀ ਜਾਣਦਾ ਹੈ। ਗਿਆਨੀ ਪੁਰਖ ਆਪਣ ਪਉ ਲਹੈ। ਗਿਆਨੀ ਜਿਹੜਾ ਗਿਆਨਵਾਨ ਪੁਰਸ਼ ਆ ਨਾ ਉਹ ਫੇਰ ਵੀ ਆਪਣ ਪਉ ਪਉ ਦਾ ਅਰਥ ਆਪ, ਪਉ ਦਾ ਅਰਥ ਸਰੂਪ ਵੀ ਆ। ਆਪਣ ਪਉ ਆਪਣੇ ਸਰੂਪ ਨੂੰ ਹੀ ਲਹੈ ਕਹੀਏ ਜਾਣਦਾ, ਜਾਂ ਪਉ ਦਾ ਅਰਥ ਆਪ ਵੀ ਆਪਣ ਆਪ ਹੀ ਲਹੈ ਜਾਣਦਾ ਵੀ ਮੇਰਾ ਹੀ ਸਰੂਪ ਆ। ਠੀਕ ਹੈ। ਭਾਵ ਗਿਆਨਵਾਨ ਜਿਹੜਾ ਸੁੱਖ ਦੁੱਖ ਨੂੰ ਆਪਣੇ ਪੂਰਬਲੇ ਕੀਤੇ ਕਰਮਾਂ ਦਾ ਫਲ ਜਾਣਦਾ ਵੀ ਚਲੋ ਜੋ ਪੂਰਬਲੇ ਕਰਮ ਕੀਤੇ ਆ ਉਹਦੇ ਹਿਸਾਬ ਨਾਲ ਹੀ ਜੋ ਮੈਂ ਕੀਆ ਸੋ ਮੈਂ ਪਾਇਆ ਵਾ। ਦੋਸ ਨਾ ਦੀਜੇ ਆਵਰ ਜਾਣਾ, ਨਾ ਕੋ ਬੈਰੀ ਨਹੀਂ ਬੇਗਾਨਾ। ਤੇ ਇਸ ਕਰਕੇ ਵੀ ਆਪਾਂ ਦੂਜੇ ਨੂੰ ਕਾਹਨੂੰ ਦੋਸ਼ ਦੇਣਾ। ਦੋਸ ਨਾ ਦੀਜੈ ਰੋਸ ਨਾ ਕੀਜੇ ਅੰਮ੍ਰਿਤ ਪੀਜੈ। ਰੋਸ ਨਹੀਂ ਕਰਦੇ ਮਹਾਤਮਾ। ਉਹ ਜਿਵੇਂ ਗੁਰਬਾਣੀ ਵਿੱਚ ਹੀ ਬਚਨ ਆਉਂਦੇ ਨਾ ਗੁਰੂ ਅਰਜਨ ਸਾਹਿਬ ਜੀ ਦੇ, ਸ਼ਸਤਰ ਤੀਖਣ ਕਾਟ ਡਾਰਿਓ ਮਨ ਨਾ ਕੀਨੋ ਰੋਸ, ਉਹ ਅਕੇਲੇ ਕਾਜ ਸਵਾਰਿਓ ਤਿਲ ਨਾ ਦੀਨੋ ਦੋਸ। ਉਹ ਮਹਾਤਮਾ ਨੇ ਵੇਖੋ ਟੋਟੇ ਕਰ ਦਿੱਤਾ ਸੀ। ਗੁਰੂ ਅਰਜਨ ਸਾਹਿਬ ਜੀ ਨੇ ਮਹਾਂਪੁਰਸ਼ਾਂ ਦਾ ਬਿਆਨ ਕੀਤਾ ਤੇ ਟੋਟੇ ਕਰਕੇ ਤੇ ਉਹਨੂੰ ਕਸਾਈ ਦੀ ਦੁਕਾਨ ਤੇ ਵੇਚ ਦਿੱਤਾ ਸੀ। ਤੇ ਫਿਰ ਵੀ ਮਹਾਤਮਾ ਜਦੋਂ ਪੂਰੇ ਹੋ ਗਏ ਆ ਉਹਨਾਂ ਦੇ ਪਾਈਆ ਕਮਾਸ ਦੇ ਟੁਕੜੇ ਦੇ ਕੱਪੜਾ ਪਾ ਕੇ ਸਤਿਨਾਮ ਵਾਹਿਗੁਰੂ ਦਾ ਜਾਪ ਕੀਤਾ ਸੀ। ਉਹ ਸਰੀਰ ਪੂਰਾ ਹੋ ਗਿਆ ਮਹਾਤਮਾ ਦਾ। ਪੁੱਛਣ ਤੇ ਵੀ ਸਜ਼ਾ ਦਿੱਤੀ ਜਾਵੇ ਜਿੰਨਾ ਤੁਹਾਨੂੰ ਕੱਟਿਆ ਹੈ। ਮਹਾਤਮਾ ਕਹਿੰਦੇ ਵੀ ਨਾ ਭਾਈ, ਅਸੀਂ ਤੇ ਇਹੀ ਕਹਿੰਦੇ ਆ ਵੀ ਜਿਹੜੇ ਲਾਲਚ ਕਰਕੇ ਇਹਨੇ ਸਾਨੂੰ ਮਾਰਿਆ, ਅਸੀਂ ਕਹਿੰਦੇ ਵੀ ਇਹਨੇ 2-4 ਪਿੰਡਾਂ ਦਾ ਚੌਧਰਪੁਣਾ ਦੇ ਦਿਓ, ਇਹਨੂੰ ਅਗਲੇ ਪਾਸੇ ਜਾ ਕੇ ਔਖਾ ਨਾ ਹੋਣਾ ਪਵੇ।
ਚਲੋ ਇਹਦੀ ਜਿਹੜੀ ਭੁੱਖ ਮਿਟ ਜੇ। ਨਹੀਂ ਤੇ ਸ਼ਾਸਤਰਾਂ ਨਾਲ ਕੱਟਿਆ ਸੀ ਮਹਾਤਮਾ ਨੂੰ ਤੇ ਕਹਿੰਦੇ ਵੀ ਸਜ਼ਾ ਦਿਓ, ਨਾ ਕੋਈ ਮਤਲਬ ਨਹੀਂ। ਗੁਰੂ ਅਰਜਨ ਸਾਹਿਬ ਜੀ ਦੇ ਨਾਲ ਵੀ ਚੰਦੂ ਦੀਵਾਨ ਹਰਾਮਖੋਰ ਨੇ ਕਿੰਨਾ ਕੁਝ ਕੀਤਾ, ਫਿਰ ਵੀ ਗੁਰੂ ਸਾਹਿਬ ਤੇਰਾ ਕੀਆ ਮੀਠਾ ਲਾਗੇ, ਹਰ ਨਾਨਕ ਨਾਮ ਪਦਾਰਥ ਮੰਗੇ, ਸਿਧਾਂਤ ਨਾਲ ਹੀ ਰਹੇ ਸੀ। ਇਹ ਗਿਆਨਵਾਨ ਦੀ ਅਵਸਥਾ ਹੈ। ਗੁਰੂ ਸਾਹਿਬ ਦੇ ਗਿਆਨਵਾਨ ਤੇ ਆਪਾਂ ਕੀ ਕਹਿਣਾ ਵੀ ਮਹਾਰਾਜ ਤੇ ਗਿਆਨੀ ਅਸਰ ਗਿਆਨੀ, ਉਹ ਵੀ ਸਾਡੀ ਮਾਤ ਮੁਤਾਬਕ ਹੀ, ਮਹਾਰਾਜ ਨੂੰ ਤੇ ਕੋਈ ਕਹਿਣਾ ਹੀ ਨਹੀਂ ਬਣਦਾ। ਉਹ ਤੇ ਐਸਾ ਬ੍ਰਹਮ ਰੂਪ ਪਰਮੇਸ਼ਰ ਰੂਪ ਗੁਰੂ ਅਰਜਨ ਸਾਹਿਬ, ਗੁਰੂ ਅਰਜਨ ਪ੍ਰਤਾਖਾਰ ਹਨ। ਸੁਰੋ ਵਿਚਾਰ ਗਿਆਨੀ ਆਪਨ ਪੌਲ ਹੈ। ਗਿਆਨੀ ਆਪਣਾ ਆਪ ਹੀ ਜਾਣਦਾ। ਕੋਈ ਉਹਦੀ ਸੇਵਾ ਕਰੇ, ਕੋਈ ਉਹਦੇ ਅੰਗ ਨੂੰ ਕੱਟਣਾ ਕਰੇ, ਭਾਵ ਨੂੰ ਡਰ ਦੇਣਾ ਕਰੇ, ਕਈ ਕਸ਼ਟ ਦੇਣਾ ਕਰੇ, ਫਿਰ ਵੀ ਗਿਆਨੀ ਦੋਨਾਂ ਪੁਰਖਾਂ ਨੂੰ ਆਪਨ ਪੌਲ ਹੈ, ਆਪਣਾ ਆਪ ਹੀ ਜਾਣਦਾ, ਆਪਣਾ ਹੀ ਸਰੂਪ ਜਾਣਦਾ। ਤ੍ਰਿਪਤ ਕੋ ਪਤ ਨਹਿ ਕੋਈ, ਇਸੇ ਕਰਕੇ ਉਹ ਬਸਤਰ ਭੋਜਨ ਛਕਾਉਣ ਵਾਲੇ ਨੂੰ ਤ੍ਰਿਪਤ ਕਹੀਏ, ਰੱਜ ਕੇ ਜਿਹੜਾ ਕੋਈ ਵਰ ਨਹੀਂ ਦਿੰਦਾ ਗਿਆਨੀ। ਤੇ ਜੇ ਕੋਈ ਉਹਨੂੰ ਅਨਰਦਾਈ ਦੁੱਖ ਦੇਣਾ ਕਰਦਾ ਤੇ ਉਹਦੇ ਉੱਪਰ ਕੁਪਤ ਪਾਠ ਨਹੀਂ ਕਰਨਾ, ਗਲਤੀ ਨਾਲ ਪੜਿਆ ਗਿਆ, ਕੁਪਤ ਪਾਠ ਕਰਨਾ। ਤੇ ਕੁਪਤ ਦਾ ਅਰਥ ਕ੍ਰੋਧਿਤ, ਉੱਪਰ ਕ੍ਰੋਧਿਤ ਨਹੀਂ ਹੁੰਦਾ। ਦੁੱਖ ਦੇਣ ਵਾਲੇ ਉੱਪਰ ਕ੍ਰੋਧਿਤ ਨਹੀਂ ਹੁੰਦਾ। ਸੁੱਖ ਦੇਣ ਵਾਲੇ ਉੱਪਰ ਜਿਹੜਾ ਮਹਾਂਪੁਰਸ਼ ਆ, ਪੂਰਨ ਮਹਾਂਪੁਰਸ਼, ਤ੍ਰਿਪਤ ਨਹੀਂ ਹੁੰਦਾ, ਭਾਵ ਰੱਜ ਕੇ ਵਰ ਨਹੀਂ ਦਿੰਦਾ। ਜੋ ਖਾ ਲਿਆ ਵੀ ਹੈ ਵਰ ਤੇ ਵਾਰੀ, ਸੇਵਾਦਾਰ ਦੀ ਸੇਵਾ ਦੇ ਕੇ ਤ੍ਰਿਪਤ ਪ੍ਰਸੰਨ, ਵੀ ਤ੍ਰਿਪਤ ਪ੍ਰਸੰਨ ਹੋ ਜਾਣਾ ਤੇ ਵਰ ਦੇਣ ਲੱਗ ਪੈਣੇ। ਅੰਗ ਕੱਟਣ ਵਾਲੇ ਵੱਲ ਕੁਪਤ ਕਠੋਰਤਾ ਨਾਲ ਕ੍ਰੋਧਿਤ ਹੋ ਜਾਣਾ, ਵੀ ਇਹਨੇ ਮੈਨਾਂ ਏਦਾਂ ਕੀਤਾ, ਨੂੰ ਆਹ ਕਰ ਦਿਓ, ਇਹ ਨਹੀਂ ਹੁੰਦੇ। ਉਹ ਮਤਲਬ ਦੁੱਖ ਸੁੱਖ ਇੱਕ ਸਮਾਨ ਸਮਝਦੇ, ਪਰਮੇਸ਼ਰ ਦੀ ਆਗਿਆ ਵਿੱਚ ਰਹਿੰਦੇ ਆ। ਨਾ ਕਾਹੂ ਸੋ ਦੋਸਤ, ਨਾ ਕਾਹੂ ਸੋ ਬੈਰ, ਆਪਣੀ ਮੌਜ ਦੇ ਮਾਲਕ ਗਿਆਨੀ ਜਿਹੜੇ ਹੁੰਦੇ ਆ। ਇਹ ਪ੍ਰਯੋਜਨ ਆ ਕਵੀ ਤੇ ਕਹਿਣ ਦਾ। ਸੇਵਾ ਬਹੁਤ ਪ੍ਰਕਾਰ ਪੁੰਨ ਦੇ ਨੰਨੇ ਨੂੰ ਸਿਆਰੀ ਆ। ਬਾਕੀ ਜਿਹੜੇ ਪਾਠ ਆ ਤਕਰੀਬਨ ਸਹੀ ਹੀ ਹੈ। ਵੇਖਿਆ ਆਨੰਦ ਸੰਸਾਰ ਹੈ, ਭਜਨਾ ਆਨੰਦ ਹਰਦਾਸ। ਆਮ ਅੱਗੇ ਹੋਰ ਗੁਰੂ ਜੀ ਕਹਿੰਦੇ ਆ ਵੀ ਵੇਖਿਆ ਆਨੰਦ ਸੰਸਾਰ ਹੈ। ਆਮ ਸੰਸਾਰ ਇੱਕ ਜੀਵ ਜਿਹੜੇ ਵੇਖਿਆ ਆਨੰਦ ਆ, ਭਾਵ ਵਿਸ਼ੇ ਆਨੰਦ ਆ, ਵਿਕਾਰਾਂ ਦੇ ਆਨੰਦ ਆ, ਉਹਦੇ ਵਿੱਚ ਹੀ ਮਗਨ ਹੋਏ ਰਹਿੰਦੇ। ਵਿਸ਼ਿਆਂ ਦੇ ਆਨੰਦ ਜਾਂ ਸੁੱਖ ਹੈ ਸੰਸਾਰੀ ਪੁਰਸ਼ ਨੂੰ, ਭਾਵ ਵਿਸ਼ੇ ਭੋਗਦਾ ਹੋਇਆ ਆਨੰਦ ਮਹਿਸੂਸ ਕਰਦਾ, ਜੋ ਖਿੰਨ ਭੰਗਰ ਆ, ਅਨਿਤ ਆ, ਨਿਤ ਨਹੀਂ ਰਹਿਣ ਵਾਲੇ, ਪਰ ਇਹਦੇ ਵਿੱਚ ਹੀ ਆਨੰਦਿਤ ਰਹਿੰਦਾ। ਭਜਨਾ ਆਨੰਦ ਹਰਦਾਸ, ਫਿਰ ਜਿਹੜਾ ਭਜਨਾ ਆਨੰਦ ਆ, ਹਰੀ ਪਰਮੇਸ਼ਰ ਜੋ ਹਰਦਾਸ, ਭਾਵ ਹਰੀ ਵਾਹਿਗੁਰੂ ਦੇ ਜਿਹੜੇ ਦਾਸ ਸੇਵਕ ਆ, ਉਹ ਪਰਮੇਸ਼ਰ ਦਾ ਜਿਹੜਾ ਭਜਨ ਆ ਉਹਦੇ ਆਨੰਦ ਵਿੱਚ ਮਸਤ ਰਹਿੰਦੇ ਆ। ਜਸ ਭਜਨਾ ਆਨੰਦ, ਭਜਨ ਨਾਮ ਜਸ ਦਾ ਹੁੰਦਾ, ਜਿਹੜਾ ਜਸ ਪਰਮਾਤਮਾ ਦਾ, ਉਹਦੇ ਆਨੰਦ ਨੂੰ ਮਹਿਸੂਸ ਕਰਦੇ ਆ। ਇਸ ਤਰ੍ਹਾਂ ਮਹਾਤਮਾ ਰਹਿੰਦੇ ਆ ਵੀ ਉਹ ਭਜਨ ਆਨੰਦ ਦਾ ਹਰੀਦਾਸ ਆਨੰਦ ਮਾਣਦੇ। ਉਹ ਵੀ ਸਦਾ ਨਹੀਂ, ਜਿੰਨਾ ਚਿਰ ਭਜਨ ਕਰੀਦਾ, ਜਸ ਕਰੀਦਾ, ਗਾਣ ਕਰਦਾ ਮਹਾਤਮਾ ਉਹ ਸੇਵਕ, ਉਹਨਾਂ ਚਿਰ ਹੀ ਮਨ ਦੀ ਇਕਾਗਰਤਾ ਦੁਆਰਾ ਆਨੰਦ ਆਉਂਦਾ। ਜਦੋਂ ਭਜਨ ਦਾ ਸਾਧਨ ਇਕਾਗਰਤਾ ਨਾ ਰਹੇ, ਭਜਨ ਦਾ ਸਾਧਨ ਕੀ ਇਕਾਗਰਤਾ, ਜਦੋਂ ਇਕਾਗਰਤਾ ਨਾ ਰਹੇ ਫਿਰ ਇਹ ਆਨੰਦ ਵੀ ਬੰਦ ਹੋ ਜਾਂਦਾ, ਸਦਾ ਨਹੀਂ ਰਹਿੰਦਾ। ਪਰ ਵਿਸ਼ਿਆਂ ਨਾਲੋਂ ਆਨੰਦ ਨਾਲ ਦਿੱਤੇ ਵਧੇਰੇ ਪੂਰਨ ਰੂਪ ਅਤੇ ਲਾਭਦਾਇਕ ਹੈ ਭਜਨ ਆਨੰਦ। ਭਗਤੀ ਦਾ ਹੀ ਇੱਕ ਅੰਗ ਰੂਪ ਹੈ ਇਹ ਭਜਨਾ ਆਨੰਦ, ਜਿਹੜਾ ਹਰਦਾਸ ਭਜਨਾ ਆਨੰਦ, ਭਾਵ ਭਜਨ ਆਨੰਦ ਵਿੱਚ ਹਰੀ ਦੇ ਦਾਸ ਪ੍ਰਸੰਨ ਰਹਿੰਦੇ ਆ। ਸੰਸਾਰੀ ਲੋਕ ਵਿਸ਼ਿਆਂ ਆਨੰਦ ਵਧੀਆ ਰਹਿੰਦੇ,
ਪਰ ਵਿਸ਼ੇ ਆਨੰਦ ਨੂੰ ਸੁੱਖ ਦੇਣ ਵਾਲਾ ਭਜਨ ਆਨੰਦ ਆ। ਭਾਵੇਂ ਕਿ ਜਿੰਨਾ ਚਿਰ ਭਜਨ ਕਰੀਏ ਉਹਨਾਂ ਚਿਰ ਆਨੰਦ ਆ, ਪਰ ਇਹ 'ਚ ਆਨੰਦ ਆ। ਭਜਨ ਜਸ ਕੀਰਤਨ ਕਰਨਾ, ਕਥਾ ਕਰਨੀ, ਬਾਣੀ ਪੜ੍ਹਨੀ, ਗੁਰਬਾਣੀ ਗਾਉਣੀ, ਤੇ ਜਿੰਨਾ ਚਿਰ ਪੜ੍ਹਦੇ ਰਹਿਣਾ ਉਹਨਾਂ ਚਿਰ ਆਨੰਦ ਬਣਿਆ ਰਹਿਣਾ, ਇਹਨੂੰ ਭਜਨ ਆਨੰਦ ਕਹਿੰਦੇ ਆ। ਬ੍ਰਹਮਾਨੰਦ ਜੀਵਨ ਮੁਕਤ, ਪਰ ਬ੍ਰਹਮ ਦੇ ਆਨੰਦ ਵਿੱਚ ਬ੍ਰਹਮ ਆਨੰਦ, ਇਹ ਸੰਧੀ ਕਰਨੀ ਹੋ ਜਾਂਦੀ ਆ। ਜਿਹੜਾ ਕੰਨਾ ਨਾ ਉਹਦੇ 'ਚੋਂ ਐੜਾ ਨਿਕਲ ਆਉਣਾ, ਜਾਂ ਮੰਮੇ 'ਚੋਂ ਐੜਾ ਨਿਕਲ ਆਉਣਾ, ਕਿਉਂਕਿ ਹਰ ਇੱਕ ਮੁਕਤ ਅੱਖਰ ਵਿੱਚੋਂ ਐੜਾ ਨਿਕਲਦਾ ਤੇ ਬਣ ਜੋ ਬ੍ਰਹਮ ਆਨੰਦ। ਇਸੇ ਤਰ੍ਹਾਂ ਵਿਸ਼ੇ ਆਨੰਦ ਦਾ ਸੰਧੀ ਕਰਨ, ਭਜਨ ਆਨੰਦ ਦਾ ਸੰਧੀ ਕਰਨ, ਭਜਨ ਆਨੰਦ, ਵਿਖਿਆ ਆਨੰਦ, ਬ੍ਰਹਮ ਆਨੰਦ। ਤੇ ਪਰ ਜਿਹੜਾ ਬ੍ਰਹਮ ਦੇ ਆਨੰਦ ਵਿੱਚ ਭਾਵ ਵਾਹਿਗੁਰੂ ਦੇ ਅਨੁਭਵ ਰੂਪ ਦਰਸ਼ਨਾਂ ਦੇ ਆਨੰਦ ਵਿੱਚ ਰਹਿੰਦਾ, ਉਹ ਜੀਵਨ ਮੁਕਤ, ਉਹ ਪੁਰਖ ਜੀਵਨ ਮੁਕਤ ਆ। ਭਈ ਵਾਸਨਾ ਨਾਸ, ਜਿਨ੍ਹਾਂ ਦੀਆਂ ਵਾਸਨਾਵਾਂ ਨਾਸ ਹੋ ਗਈਆਂ ਤੇ ਉਹ ਆਨੰਦ ਮਾਣਦੇ ਬ੍ਰਹਮ ਆਨੰਦ ਦਾ। ਸਦਾ ਆਨੰਦ ਰਹਿ ਦਿਨ ਰਾਤੀ, ਗੁਣਵੰਤਿਆ ਪਾਸ਼ਾਰ, ਜਿਵੇਂ ਆਸਾ ਰਾਗ ਵਿੱਚ ਆਉਂਦਾ। ਸਦਾ ਹੀ ਆਨੰਦ ਰਹਿ ਦਿਨ ਰਾਤੀ, ਉਹਨਾਂ ਨੂੰ ਬ੍ਰਹਮਾਨੰਦ ਵਾਲਿਆਂ ਨੂੰ। ਉਹ ਭਜਨਾ ਆਨੰਦ ਵਾਂਗੂ ਮਿਟਣ ਵਾਲਾ ਨਹੀਂ ਹੈ, ਸਦਾ ਰਹਿੰਦਾ। ਬ੍ਰਹਮਾਨੰਦ ਜੀਵਨ ਮੁਕਤ, ਭਈ ਵਾਸਨਾ ਨਾਸ। ਇਹਦਾ ਅਰਥ ਕਰਨ ਵਾਸਤੇ ਭਈ ਵਾਸਨਾ ਨਾਸ ਤੋਂ ਭਾਵ ਵੀ ਜਿਸ ਦੀ ਵਾਸ਼ਨਾਵਾਂ ਇੱਛਾਵਾਂ ਹੁੰਦੀਆਂ ਨਾ, ਜਿਹਦੀਆਂ ਇੱਛਾ ਨਾਸ ਭਾਵ ਨਿਵਰਤ, ਭਈ ਕਹੀਏ ਹੋ ਗਈਆਂ, ਖਤਮ ਹੋ ਗਈਆਂ, ਜਿਹਦੀਆਂ ਵਾਸਨਾ, ਨਾਸ ਦਾ ਅਰਥ ਖਤਮ, ਨਿਵਰਤ, ਜਿਹਦੀਆਂ ਵਾਸਨਾ ਨਿਵਰਤ ਨਾਸ ਹੋ ਗਈਆਂ। ਬ੍ਰਹਮਾਨੰਦ ਜੀਵਨ ਮੁਕਤ, ਉਹ ਪੁਰਸ਼ ਜੀਵਨ ਕਹੀਏ ਜਿਉਂਦਾ ਹੀ ਮੁਕਤ ਆ, ਸੁਤੰਤਰ ਆ, ਬੰਧਨਾਂ ਤੋਂ ਆਜ਼ਾਦ ਹੋ ਜਾਂਦਾ। ਤੇ ਉਸ ਨੂੰ ਫਲ ਕੀ ਮਿਲਦਾ? ਅਠੇ ਪੈਰੀ ਬ੍ਰਹਮ ਆਨੰਦ। ਬ੍ਰਹਮ ਜੋ ਵਿਆਪਕ ਪਰਮਾਤਮਾ ਨਾ, ਉਹਦਾ ਜਿਹੜਾ ਗਿਆਨ ਹੈ ਉਹ ਕੀ? ਬ੍ਰਹਮ ਗਿਆਨ। ਬ੍ਰਹਮ ਗਿਆਨ ਦੁਆਰਾ ਸਾਖਸ਼ਾਤ ਇੱਕ ਰਸ ਜਿਹੜਾ ਆਨੰਦ ਆ, ਉਸ ਆਨੰਦ ਸੁੱਖ ਜਿਹੜਾ ਬਣਿਆ ਰਹਿੰਦਾ। ਤੇ ਬ੍ਰਹਮਾ ਨਾਲ ਸਭ ਤੋਂ ਉੱਤਮ ਆ, ਜੋ ਕਦੇ ਮੁੱਕਦਾ ਨਹੀਂ। ਤੇ ਇਹ ਆਨੰਦ ਕਿਹਨੂੰ ਆ? ਬ੍ਰਹਮ ਗਿਆਨੀ ਨੂੰ ਹਮੇਸ਼ਾ ਹੀ ਬਣਿਆ ਰਹਿੰਦਾ। ਸਦਾ ਆਨੰਦ ਰਹਿ ਦਿਨ ਰਾਤੀ, ਸਦਾ ਹੀ ਬਣਿਆ ਰਹਿੰਦਾ। ਕਹਿਣ ਤੋਂ ਭਾਵ ਵੀ ਸਭ ਤੋਂ ਤਿੰਨ ਪ੍ਰਕਾਰ ਦੇ ਆਨੰਦ ਆ, ਵਿਸ਼ੇ ਆਨੰਦ ਆ, ਭਜਨ ਆਨੰਦ ਆ ਤੇ ਬ੍ਰਹਮਾ ਆਨੰਦ। ਬ੍ਰਹਮਾ ਆਨੰਦ ਸਭ ਤੋਂ ਉੱਤਮ ਆ। ਭਜਨ ਆਨੰਦ ਜਿੰਨਾ ਚਿਰ ਅਵਸਥਾ ਨਹੀਂ ਬਣਦੀ ਉਹਨਾਂ ਚਿਰ ਕਰਨਾ ਪੈਂਦਾ। ਵਿਸ਼ੇ ਆਨੰਦ ਤੇ ਇਹੋ ਹੀ ਆ, ਪਦਾਰਥਾਂ 'ਚ ਪ੍ਰਵਿਰਤੀ, ਕਾਮ ਦੀ ਵਾਸ਼ਨਾ ਵਿੱਚ ਪ੍ਰਵਿਰਤੀ ਤੇ ਆਨੰਦ, ਕਾਮ ਵਾਸ਼ਨਾ ਭੋਗਦੇ ਆ, ਜਾਂ ਰਸਨਾ ਨਾਲ ਕੁਝ ਖਾਂਦੇ ਆ, ਜਾਂ ਰੂਪ ਨਾਲ ਸੋਹਣਾ ਵੇਖਦੇ ਆ, ਕੰਨਾਂ ਨਾਲ ਗੰਦੇ ਰਿਕਾਰਡ ਆਦਿਕ ਵਿਸ਼ਿਆਂ ਦੀਆਂ ਗੱਲਾਂ ਸੁਣਨ ਨਾਲ, ਚਮੜੀ ਸਪਰਸ਼, ਚਮੜੀ ਨਾਲ ਚੰਗੇ ਚੰਗੇ ਕੱਪੜੇ ਜਾਂ ਮੁਲਾਇਮ ਸਪਰਸ਼ ਕਰਨਾ ਆਨੰਦ ਪੈਦਾ ਹੁੰਦਾ। ਇਸ ਪ੍ਰਕਾਰ ਜਿਹੜਾ ਵਿਸ਼ੇ ਆਨੰਦ ਸਭ ਤੋਂ ਮਾੜਾ ਹੈ, ਨਰਕ ਚ ਪਾਉਣ ਵਾਲਾ। ਸੋ ਸਰਲੀ ਆ ਇਹ ਜਿਹੜਾ ਹੈ। ਭਾਵ ਅਰਥ ਵੀ ਦਾ ਏਦਾਂ ਕਰਦੇ ਵਿਦਵਾਨ ਜਿੱਤੇ ਵਿਖਿਆ ਆਨੰਦ ਸੰਸਾਰ ਹੈ। ਇਹ ਵਿਸ਼ਿਆਂ ਵਿੱਚ ਸੰਸਾਰਕ ਜੀਵ ਲੱਗਦੇ ਆ। ਭਜਨ ਆਨੰਦ ਹਰਦਾਸ, ਇਹ ਹਰੀ ਦੇ ਦਾਸ ਸੇਵਕ ਭਜਨ ਦੇ ਆਨੰਦ ਨੂੰ ਪ੍ਰਾਪਤ ਕਰਦੇ ਆ। ਬ੍ਰਹਮਾ ਆਨੰਦ ਜੀਵਨ ਮੁਕਤ, ਬ੍ਰਹਮਾ ਆਨੰਦ ਨੂੰ ਜੀਵਨ ਮੁਕਤ ਪ੍ਰਾਪਤ ਕਰਦੇ ਆ। ਠੀਕ ਆ ਵੀ ਵਿਖਿਆ ਆਨੰਦ ਸੰਸਾਰ ਹੈ। ਸੰਸਾਰੀ ਜਿਹੜੇ ਵਿਸ਼ੇ ਆ ਨਾ, ਉਹਨਾਂ ਦਾ ਆਨੰਦਾਂ ਦਾ ਜਿਹੜਾ ਸਰੂਪ ਹੀ ਬਣੇ ਹਨ ਸੰਸਾਰੀ ਜੀ। ਤੇ ਹਰੀ ਪਰਮੇਸ਼ਰ ਦੇ ਦਾਸ ਉਸ ਦਾ ਭਜਨ ਕਰਕੇ ਭਜਨ ਆਨੰਦ ਸਰੂਪ ਬਣ ਗਏ।
ਇਸੇ ਤਰ੍ਹਾਂ ਜੀਵਨ ਮੁਕਤ ਪੁਰਖ, ਜੀਵਨ ਦੀਆਂ ਵਾਸ਼ਨਾਵਾਂ, ਭਈ ਵਾਸਨਾ ਖਤਮ ਹੋ ਗਈਆਂ ਇਹਨਾਂ ਦੀਆਂ, ਤੇ ਬ੍ਰਹਮਾਨੰਦ ਦੇ ਜਿਹੜਾ ਸਰੂਪ ਹੋ ਗਏ। ਸ਼ਾਂਤ ਰੂਪ ਤਿਨ ਕੋ ਜਗਤ, ਉਹਨਾਂ ਗਿਆਨਵਾਨਾਂ ਦੇ ਤਾਈਂ ਇਹ ਸੰਸਾਰ ਜਿਹੜਾ ਸਦਾ ਹੀ ਸ਼ਾਂਤ ਰੂਪ ਨਜ਼ਰ ਆਉਂਦਾ ਹੈ। ਉਹਨਾਂ ਗਿਆਨਵਾਨਾਂ ਨੂੰ ਤਿੰਨ ਕੋ ਜਗਤ, ਭਾਵ ਉਹਨਾਂ ਨੂੰ ਜਗਤ ਜਿਹੜਾ ਨਾ ਗਿਆਨੀਆਂ ਨੂੰ ਸਦਾ ਹੀ ਸ਼ਾਂਤ ਰੂਪ ਨਜ਼ਰ ਆਉਂਦਾ। ਜੇ ਔਰ ਸ਼ਾਂਤ ਮਹੰਤ, ਜੇ ਪਈਏ ਜਿਨ੍ਹਾਂ ਦੇ ਹਿਰਦੇ ਵਿੱਚ, ਜੇ ਔਰ ਜਿਨ੍ਹਾਂ ਦੇ ਹਿਰਦੇ ਵਿੱਚ ਮਹੰਤ ਕਹੀਏ ਵੱਡੇ ਸ਼ਾਂਤੀ, ਭਾਵ ਬਹੁਤ ਹੀ ਸ਼ਾਂਤੀ, ਪੂਜਨੀਕ ਜਿਨ੍ਹਾਂ ਦੇ ਅੰਦਰ ਸ਼ਾਂਤੀ ਸੁਭਾਏ ਮਾਨ ਹੈ, ਤੇ ਉਹਨਾਂ ਨੂੰ ਸੰਸਾਰ ਵੀ ਸ਼ਾਂਤ ਰੂਪ ਹੀ ਨਜ਼ਰ ਆਉਂਦਾ ਹੈ। ਜਿਨ੍ਹਾਂ ਦੀ ਗਿਆਨ ਦੁਆਰਾ ਅਗਿਆਨ ਦੀ ਨਿਵਰਤੀ ਹੋਈ ਨਾ, ਭਾਵ ਗਿਆਨੀ ਸਾਰੀਆਂ ਇੱਛਾਵਾਂ ਦੀ ਨਿਵਰਤੀ ਹੋਈ ਹੈ, ਤੇ ਉਸ ਤੋਂ ਬਾਅਦ ਆਪਣਾ ਚਿੱਤ ਜਿਹੜਾ ਸੇਵਾ ਸਿਮਰਨ ਦੇ ਸਦਕਾ ਰੱਖਦੇ ਆ, ਜਿਸ ਕਰਕੇ ਉਹਨਾਂ ਨੂੰ ਸੰਸਾਰ ਹੀ ਸ਼ਾਂਤੀ ਦੇ ਸਹਿ ਦਿਖਦਾ। ਤਿੰਨ ਕੋ ਉਹਨਾਂ ਗਿਆਨਵਾਨਾਂ ਨੂੰ ਸ਼ਾਂਤੀ ਰੂਪ ਦਿਖਦਾ ਸੰਸਾਰ, ਤੇ ਜਿਹੜੇ ਉਹ ਮਹੰਤ ਕਈ ਬਹੁਤ ਸ਼ਾਂਤੀ ਜਿਹੜੀ ਹੈ ਇਹਦੇ ਵਿੱਚ ਸਮਾ ਕੇ ਰੱਖਦੇ ਆ। ਤ੍ਰਿਵਦ ਤਾਪ ਜਿਨ ਔਰ ਜਰੇ, ਜਿਨ ਔਰ ਜਰੇ, ਜਿਨ ਕਹੀਏ ਜਿਨ੍ਹਾਂ ਦੇ ਔਰ ਚਿੱਤ ਦੇ ਜਿਹੜੇ ਤ੍ਰਿਵਦ ਕਹੀਏ ਤਿੰਨ ਤਰ੍ਹਾਂ ਦੇ, ਤਿੰਨ ਵੇਦ ਕਹੀਏ ਤਰ੍ਹਾਂ, ਤਿੰਨ ਤਰ੍ਹਾਂ ਦੇ ਜਿਹੜੇ ਤਾਪ ਆ, ਉਹ ਕਿਹੜੇ? ਆਦਿ, ਵਿਆਧੀ, ਉਪਾਧੀ, ਭਾਵ ਆਦਿ ਮਨ ਦੇ ਰੋਗ, ਵਿਆਧੀ ਸਰੀਰ ਦੇ ਰੋਗ, ਉਪਾਧੀ ਜਿਹੜੇ ਆ ਜਿਹੜੇ ਉੱਪਰ ਨੂੰ ਝਗੜੇ ਆ ਕੇ ਪੈ ਜਾਂਦੇ ਆ, ਬਾਣੀ ਦੇ ਰੋਗ, ਆਦਿ ਵਿਆਧੀ ਉਪਾਧੀ, ਜਿਨ੍ਹਾਂ ਦੇ ਔਰ ਹਿਰਦੇ ਦੇ ਵਿੱਚੋਂ ਤਿੰਨ ਤਰ੍ਹਾਂ ਦੇ ਤਾਪ ਜਿਹੜੇ ਜਰੇ ਕਹੀਏ ਸੜੇ ਹੋਏ ਹਨ, ਤੇ ਜਗ ਜਰਤ ਲਹੰਤ, ਉਹਨਾਂ ਨੂੰ ਸਾਰਾ ਹੀ ਜਿਨ ਔਰ ਜਰੇ, ਜਿਨ੍ਹਾਂ ਦੇ ਔਰ ਹਿਰਦੇ ਤਿੰਨਾਂ ਤਾਪਾਂ ਭਾਵਾਂ ਦੀ ਵਿਆਧੀ ਉਪਾਧੀ ਨਾਲ ਜਰੇ ਸੜੇ ਹੋਏ ਹਨ, ਤੇ ਜਗ ਜਰਤ ਲਹੰਤ, ਉਹ ਜਿਹੜੇ ਆ ਨਾ, ਤੇ ਕਈ ਉਹ ਪੁਰਸ਼, ਉਹ ਅਗਿਆਨੀ, ਜਗ ਜਿਹੜਾ ਸਾਰਾ ਸੰਸਾਰ ਆ, ਉਹਨਾਂ ਨੂੰ ਜਰਤ ਕਈ ਜਲਦਾ ਸੜਦਾ ਹੀ ਲਹੰਤ ਦਿਖਦਾ, ਜਾਣਦੇ। ਕਹਿੰਦੇ ਸਾਰਾ ਸੰਸਾਰ ਹੀ ਸੜ ਮੱਚਣ ਡਿਆ। ਜਿਨ੍ਹਾਂ ਦੇ ਹਿਰਦੇ ਸ਼ਾਂਤੀ ਨੂੰ ਸ਼ਾਂਤੀ ਦਿਖਦੀ ਆ, ਜਿਨ੍ਹਾਂ ਦੇ ਹਿਰਦੇ ਵਿੱਚ ਤਾਪਾਂ ਦੀ ਤਪਸ਼ਿਆ ਨੂੰ ਤਪਦਾ ਦਿਖਣ ਡਿਆ, ਸੜਦਾ ਦਿਖਣ ਡਿਆ, ਭਾਵ ਜਿਹੜਾ ਸੁਖੀ ਉਹਨੂੰ ਸੁਖੀ ਦਿਖਦਾ, ਜਿਵੇਂ ਸੁਖੀ ਜੋ ਵੇਖੇ ਸਭ ਸੁਖੀ ਆ, ਸੁਖੀ ਨੂੰ ਸੁਖੀ ਨਜ਼ਰੀ ਆਉਂਦੇ ਸਾਰੇ, ਦੁਖੀ ਨੂੰ ਸਾਰੇ ਦੁਖੀ ਨਜ਼ਰੀ ਆਉਂਦੇ, ਆਹ ਜਿਹੜੀ ਅਵਸਥਾ ਵਿੱਚ ਨੂੰ ਉਹੀ ਨਜ਼ਰੀ ਆਉਂਦਾ। ਚੋਰ ਨੂੰ ਸਾਰੇ ਚੋਰ ਦੇਖਦੇ, ਠੱਗ ਨੂੰ ਸਾਰੇ ਠੱਗੀ ਨਜ਼ਰੀ ਆਈ ਜਾਂਦੇ ਆ, ਕਹਿੰਦਾ ਉਹ ਨਹੀਂ ਠੱਗੀ ਮਾਰਦਾ, ਉਹ ਨਹੀਂ ਠੱਗੀ ਮਾਰਦਾ। ਇਸ ਪ੍ਰਕਾਰ ਨਾਲ ਉਹਨਾਂ ਦਾ ਆਪੋ ਵਿੱਚ ਹੀ ਗਿਆਨੀ ਅਗਿਆਨੀ ਦਾ ਮਤਲਬ ਵਿਰੋਧ ਹੈ। ਤੇ ਜਗ ਜਰਤ ਲਹੰਤ, ਉਹਨਾਂ ਨੂੰ ਇਸ ਸੰਸਾਰ ਤ੍ਰਿਸ਼ਨਾ ਰੂਪੀ ਅੱਗ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਅੱਗ ਵਿੱਚ ਸੜਦਾ ਹੋਇਆ, ਜਰਤ ਕੇ ਸੜਦਾ ਹੋਇਆ ਲਹੰਤ ਨਜ਼ਰੀ ਆਉਂਦਾ। ਲਹੰਤ ਕਹੀਏ ਦਿਸਦਾ ਆ ਨਾ, ਜਾਂ ਦੇਖਦੇ ਆ ਗਿਆਨੀ। ਦੋ ਹੋਰ ਪਿਛੇ ਪਾਠ ਤਕਰੀਬਨ ਸਾਰੇ ਸਹੀ। ਦੋਹਰਾ ਮੁਕਤਾਦਿਕ ਇੱਛਾ ਨਹੀਂ, ਸੇਵਾ ਸਿਮਰਨ ਵਾਲੇ ਗੁਰਮੁਖ ਜਨ ਨੂੰ
ਸ਼ਲੋਕ ਸਮੀਪ ਆਦਿਕ ਜਿਹੜੀਆਂ ਮੁਕਤੀਆਂ, ਸ਼ਲੋਕ ਸਮੀਪ ਸਾਜਿਜ ਹੈਗੀਆਂ 4 ਮੁਕਤੀਆਂ ਆਦਿਕ ਜਾਂ ਸੇਵਾ ਸਿਮਰਨ ਵਾਲੇ ਗੁਰਮੁਖ ਜਨ ਨੂੰ ਕੇਵਲ ਮੁਕਤੀ ਵੀ। ਇਹ ਸਾਰੀਆਂ ਮੁਕਤੀਆਂ ਇਸੇ ਤਰ੍ਹਾਂ ਸੰਸਾਰਕ ਸੁੱਖ ਤੇ ਆਦਿਕ ਤੋਂ ਅਰਥ ਲੈਣਾ ਸੰਸਾਰਕ ਸੁੱਖ, ਬ੍ਰਹਮਪੁਰੀ ਦੇ ਸੁੱਖ, ਪਤਾਲਪੁਰੀ ਦੇ ਸੁੱਖ, ਸਵਰਗ ਦੇ ਸੁੱਖ, ਕਿਸੇ ਪ੍ਰਕਾਰ ਦੇ ਸੁੱਖ ਮੁਕਤੀਆਂ ਨੂੰ ਛੱਡ ਕੇ ਜਿੰਨੇ ਸੁੱਖ ਮਾਣਦਾ ਬੰਦਾ ਮਾਣਦਾ, ਵਿਸ਼ਿਆਂ ਦੇ ਸੁੱਖ, ਇਹਨਾਂ ਸਾਰੇ ਸੁੱਖਾਂ ਦੀ ਇੱਛਾ ਨਹੀਂ, ਭਾਵ ਚਾਹਨਾ ਨਹੀਂ ਹੁੰਦੀ। ਇੱਛਾ ਕਹੀਏ ਚਾਹਨਾ ਵਾਸਨਾ ਨਹੀਂ ਹੁੰਦੀ। ਨਿਸਪ੍ਰੇਹੀ ਪਰਮਾਨ, ਕਿਉਂਕਿ ਉਹ ਤਾਂ ਗੁਰਮੁਖ ਜਨ ਨਿਸਪ੍ਰੇਹੀ, ਨਿਸਕਾਮ ਮਤਲਬ ਰਹਿਤ ਦਾ, ਪ੍ਰੇਹੀ ਨਾਮ ਇੱਛਾ ਦਾ, ਇੱਛਾ ਤੋਂ ਰਹਿਤ ਭਾਵ ਨਿਰਇਛਿਤ ਹੋਣ ਕਰਕੇ ਰੱਬ ਦੀ ਦਰਗਾਹ ਵਿੱਚ ਪ੍ਰਮਾਣਿਕ ਹੁੰਦੇ। ਪ੍ਰਮਾਣ ਦਾ ਅਰਥ ਪ੍ਰਮਾਣਿਕ ਹੁੰਦੇ ਆ। ਮੁਕਤੀ ਆਦਿਕ ਸੁੱਖਾਂ ਦੀ ਨੂੰ ਇੱਛਾ ਨਹੀਂ ਹੈ, ਕਿਉਂਕਿ ਇੱਛਾ ਤੋਂ ਰਹਿਤ ਆ ਤੇ ਇੱਛਾ ਤੋਂ ਰਹਿਤ ਹੋਣ ਕਰਕੇ ਨਿਹਕਾਮੀ ਆ ਤੇ ਸੇਵਾ ਕਰਦ ਹੋਏ ਨਿਹਕਾਮੀ। ਉਹਨਾਂ ਨੂੰ ਪ੍ਰਮਾਣਿਕ ਪਰਮੇਸ਼ਰ ਦੀ ਹਜ਼ੂਰੀ ਵਿੱਚ ਪ੍ਰਮਾਣਿਕ ਹੋ ਜਾਂਦੇ, ਪੂਜੇ ਜਾਂਦੇ। ਜਿਹਨੂੰ ਗੁਰਮੁਖ ਨਾਮ ਧਿਆਇਆ ਆਏ ਤੇ ਪ੍ਰਵਾਨ ਨਾਨਕ ਕੋਲ ਉਧਾਰੇ ਆਪਣਾ ਦਰਗਹਿ ਪਾਵੇ ਮਾਨ। ਉਹ ਐਸੇ ਕਿਉਂਕਿ ਉਹ ਤੇ ਰਾਜ ਨਾ ਚਾਹੋ, ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ। ਪਰਮੇਸ਼ਰ ਦੇ ਚਰਨਾਂ ਦੀ ਪ੍ਰੀਤੀ ਚਾਹੁੰਦੇ, ਮੁਕਤੀ ਨਹੀਂ ਚਾਹੁੰਦੇ, ਰਾਜ ਨਹੀਂ ਚਾਹੁੰਦੇ। ਐਸੇ ਆ ਉਹ ਇੱਛਾ ਤੋਂ ਰਹਿਤ ਹੋਣੇ ਕਰਕੇ ਹੀ ਹੈ ਨਾ। ਅਸੀਂ ਵੀ ਜੋ ਕੋਈ ਪਾਠ ਪੂਜਾ ਕਰਦੇ ਹਾਂ ਇਹ ਸੋਚਦੇ ਹਾਂ ਵੀ ਕੁਛ ਸੁੱਖ ਮਿਲੂਗਾ, ਮੁਕਤੀ ਮਿਲ ਜੂਗੀ, ਸੱਚਖੰਡ ਜਵਾਸ ਸਾਹਿਬ ਮਿਲ ਜੂ। ਇੱਛਾ ਹੀ ਇਹ ਵੀ ਇੱਛਾ ਹੀ ਹੈ ਨਾ। ਉਹਨਾਂ ਨੂੰ ਮਤਲਬ ਕੋਈ ਇੱਛਾ ਨਹੀਂ, ਨਿਰਇਛਿਤ ਹੈ। ਮਾ ਸਾਧੂ ਹੈ, ਸੇਵਾ ਸਿਮਰਨ ਵਾਲੇ, ਗੁਰਮੁਖ ਭਗਤੀ ਵਾਲੇ, ਇੱਕੋ ਕੰਮ ਹੀ ਹੈ ਗੁਰੂ ਕੀ ਸੇਵਾ ਕਰਨੀ। ਬਾਕੀ ਗੁਰੂ ਜਾਣਨ ਕੀ ਦੇਣਾ ਹੈ ਕੀ ਨਹੀਂ ਦੇਣਾ, ਆਪ ਨਹੀਂ ਮੰਗਦੇ। ਕਿਉਂਕਿ ਜਾਣਦੇ ਬਹੁਤਾ ਬੋਲਣ ਝੱਖਣ ਹੋਏ, ਬਿਨ ਬੋਲੇ ਜਾਣੇ ਸਭ ਸੋਏ। ਕੀ ਕਹਿਣਾ, ਕੀ ਵੀ ਮਾਲਕ ਆ ਇੱਛਾ ਆਪੇ ਉਹ ਮਾਲਕ ਪੂਰੀ ਕਰੇ, ਨਹੀਂ ਜੇ ਨਾ ਕਰੇ ਕੋਈ ਗੱਲ ਹੀ ਨਹੀਂ। ਕਿਉਂਕਿ ਇਹਨਾਂ ਦੀ ਇੱਛਾ ਹੀ ਕੋਈ ਨਹੀਂ ਰਹਿ ਜਾਂਦੀ। ਇੱਛਾ ਕੀ ਨਾ ਕਰਨੀ ਪੂਰੀ, ਇੱਛਾ ਰਹਿ ਹੀ ਨਹੀਂ ਜਾਂਦੀ। ਇੱਛਾ ਪੂਰਕ ਸਭ ਸੁਖ ਦਾਤਾ ਹਰ, ਮਤਲਬ ਇੱਛਾ ਵਿੱਚੋਂ ਕੀ ਇੱਛਾ ਵੀ ਇਹੋ ਜਿਹੀ ਇੱਛਾ ਕਰ ਦਿੰਦਾ ਵੀ ਇੱਛਾ ਰਹਿ ਹੀ ਕੋਈ ਨਹੀਂ ਜਾਂਦੀ। ਆਤਮ ਸੁਖ ਨਿਤ ਤ੍ਰਿਪਤ ਜੇ, ਪਰਮਾਨ ਦਾ ਅਰਥ ਇਵੇਂ ਵੀ ਕਰ ਲੈਂਦੇ ਆ ਵੀ ਉਹ ਨਿਸਪ੍ਰੇਹੀ ਵੀ ਨਿਰਇਛਿਤ ਆ ਤੇ ਪਰ ਨਾਮ ਵਿਸ਼ੇਸ਼ ਦਾ ਮਾਨ ਨਾਮ ਮੰਨੇ ਦਾ ਹੁੰਦਾ ਵੀ ਵਿਸ਼ੇਸ਼ ਕਰਕੇ ਮੰਨੇ ਗਏ ਨਿਰਇਛਿਤ ਸੰਤ ਸਾਧਵਾਂ ਸੰਤ ਮਹਾਤਮਾ। ਅਥਵਾ ਪਰਮਾਨ ਦਾ ਅਰਥ ਇਵੇਂ ਵੀ ਉਹ ਜਿਹੜੇ ਮਹਾਤਮਾ ਨਾ ਨਿਰਇਛਿਤ ਆ ਤੇ ਮਾਨ ਜਿਹੜਾ ਹੰਕਾਰ ਆ ਇਹ ਤੋਂ ਵੀ ਪਰ ਗਈਏ ਪਰੇ। ਮਾਨ ਹੰਕਾਰ ਸਤਿਕਾਰ ਤੋਂ ਵੀ ਪਰੇ, ਨਾ ਹੀ ਮਾਨ ਅਪਮਾਨਾ, ਇਹ ਤੋਂ ਪਰੇ ਆ। ਪਰ ਨਾ ਪਰੇ ਦਾ ਇਸ ਤਰ੍ਹਾਂ ਅਰਥ ਕਰ ਸਕਦੇ ਹਾਂ ਆਪਾਂ। ਆਤਮ ਸੁਖ ਨਿਤ ਤ੍ਰਿਪਤ ਜੇ, ਉਹ ਪੁਰਸ਼ ਜਿਹੜਾ ਆਤਮਾ ਦਾ ਸੁੱਖ ਹੋ ਗਈ ਬ੍ਰਹਮ ਆਨੰਦ। ਆਤਮਾ ਦਾ ਸੁੱਖ ਹੀ ਸਭ ਤੋਂ ਵੱਡਾ ਸੁੱਖ ਆ। ਉਹ ਕੀ ਹੈ? ਬ੍ਰਹਮ ਆਨੰਦ। ਬ੍ਰਹਮ ਆਨੰਦ ਕਰਕੇ ਨਿਤ ਨਤਾ ਪ੍ਰਤੀ ਸੰਤੋਖੀ ਰਹਿੰਦੇ ਆ ਤੇ ਸੰਤੋਖ ਕਰਕੇ ਤ੍ਰਿਪਤ ਜਿਹੜੇ ਉਹ ਹੋ ਗਏ ਹਨ, ਭਾਵ ਰੱਜੇ ਰਹਿੰਦੇ। ਤੈਨ ਸਮਾਨ ਨਹਿਆਨ, ਉਹ ਤੈਨ ਕਹੀਏ ਉਹਨਾਂ ਗਿਆਨਵਾਨ ਪੁਰਸ਼ਾਂ ਦੇ ਬਰਾਬਰ, ਸਮਾਨ ਕੇ ਬਰਾਬਰ। ਨਹਿਆਨ ਨਹੀਂ ਹੈ, ਆਨ ਕਹੀਏ ਹੋਰ ਕੋਈ ਵੀ ਹੋਰ ਉਹਨਾਂ ਦੇ ਬਰਾਬਰ ਨਹੀਂ ਹੈਗਾ। ਜਿਹੜੇ ਆਤਮਿਕ ਸੁੱਖ ਆਨੰਦ ਨੂੰ ਮਾਣਦੇ ਨਾ ਨਿਤ ਪ੍ਰਤੀ, ਨਿਤ ਜਿਹੜੇ ਆਤਮ ਸੁੱਖ ਨੂੰ ਮਾਣ ਕੇ ਹਮੇਸ਼ਾ ਨਿਤ ਕਹੀਏ ਹਮੇਸ਼ਾ ਵਾਸਤੇ ਤ੍ਰਿਪਤ ਰੱਜੇ ਰਹਿੰਦੇ ਆ। ਤੈਨ ਸਮਾਨ ਨਹੀਂ ਆਨ, ਉਹਨਾਂ ਦੇ ਸਮਾਨ ਗਿਆਨੀ ਪੁਰਸ਼ਾਂ ਦੇ ਕੋਈ ਨਹੀਂ ਹੈਗਾ, ਉਹਨਾਂ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ।
ਉਹਨਾਂ ਦਾ ਕੋਈ ਸ਼ਰੀਕ ਬਣਾ, ਕੋਈ ਨਾ ਪਹੁੰਚਣਹਾਰ ਆ ਦੂਜਾ, ਉਹਨਾਂ ਦੇ ਕੋਈ ਦੂਜਾ ਜੇ ਪਹੁੰਚਣਹਾਰਾ ਨਹੀਂ, ਉਹਨਾਂ ਦੇ ਬਰਾਬਰ ਦਾ ਕੋਈ ਵੀ ਨਹੀਂ ਹੈਗਾ। ਮੰਨੇ ਕੀ ਕਦ ਕਹੀ ਨਾ ਜਾਏ। ਜਿਨ੍ਹਾਂ ਨੇ ਐਸਾ ਮੰਨਣ ਵਿਚਾਰ ਕੀਤਾ ਆਤਮ ਸੁਖ ਦਾ, ਉਹਨਾਂ ਦੀ ਗਾਤ ਅਵਸਥਾ ਕਹੀ ਨਹੀਂ ਜਾ ਸਕਦੀ। ਐਸੇ ਉਹ ਮਹਾਨ ਪੁਰਸ਼ ਹੈ। ਦ੍ਰਿਸ਼ ਪਦਾਰਥ ਤਿੰਨ, ਪਿਛੇ ਜਿਹੜਾ ਪਾਠ ਤਿੰਨ ਸਮਾਨ ਨਹੀਂ ਆਨ, ਤਿੰਨ ਦੇ ਨੰਨੇ ਨੂੰ ਵਿਸਿਆਰੀ ਤਾਂ ਤਿੰਨ ਤਾਤੇ ਨੂੰ ਸਿਆਰੀ, ਨੈਣੇ ਨੂੰ ਸਿਆਰੀ, ਇਸ ਤਰ੍ਹਾਂ ਪਾਠ ਤਿੰਨ ਸਮਾਨ ਨਹੀਂ ਆਨ। ਕਈ ਥਾਵਾਂ ਦੇ ਪਾਠ ਤੇ ਇਵੇਂ ਵੀ ਕੀਤਾ ਵੀ ਤਿੰਨ ਸਮਾਨ ਨਹਿ ਆਨ, ਨਹੀਂ ਆਨ ਨਹਿ ਹਾਨ, ਮਤਲਬ ਅਰਥ ਇੱਕ ਹੀ ਆ, ਅਨਰਥ ਨਹੀਂ ਹੁੰਦਾ ਜੋ ਵੀ ਹੈ। ਨਹਿ ਹੋਵੇ ਪਾਠ ਨਹੀਂ ਹੋਵੇ, ਕੋਈ ਅਰਥ ਦਾ ਅਨਰਥ ਨਹੀਂ ਹੋ ਸਕਦਾ, ਦੋਹਾਂ ਦਾ ਅਰਥ ਨਹੀਂ ਬਣਨਾ। ਨਹੀਂ ਦਾ ਵੀ ਨਹੀਂ ਹੈ ਤੇ ਨਹਿ ਦਾ ਵੀ ਨਹੀਂ, ਨਾ ਹੀ ਹੈ ਮਤਲਬ ਅਰਥ। ਦ੍ਰਿਸ਼ ਪਦਾਰਥ ਕੇ ਭਇਓ ਜਿਨ ਕੇ ਸਹਿਜ ਅਭਾਵ। ਅਰਥ ਵਾਸਤੇ ਤੁਕ ਪੜ੍ਹਨੀ ਪੈਣੀ ਸਾਰੀ। ਜਿਨ ਕੇ, ਜਿਨ੍ਹਾਂ ਨਾਮ ਰਤੜੇ, ਨਾਂ ਵਿੱਚ ਰਤੇ ਹੋਏ ਗੁਰਮੁਖਾਂ ਕੇ ਦਾ ਕਹੀਏ ਅਰਥ ਦੇ, ਭਾਵ ਜਿਨ੍ਹਾਂ ਨਾਮ ਵਿੱਚ ਰੰਗੇ ਹੋਏ ਗੁਰਮੁਖਾਂ ਦੇ ਹਿਰਦੇ ਵਿੱਚੋਂ ਸਹਿਜ ਭਾਵ ਸੁਤੇ ਸਿੱਧ ਹੀ ਸੰਸਾਰ ਦਾ ਜਿਹੜਾ ਭਾਵ ਖਾਤਮਾ ਹੋ ਗਿਆ। ਜਿਨ੍ਹਾਂ ਦੇ ਹਿਰਦੇ ਵਿੱਚ ਸੁਤੇ ਸਿੱਧ ਹੀ ਸੰਸਾਰ ਦਾ ਅਭਾਵ ਨਾਸ ਖਾਤਮਾ ਹੋ ਗਿਆ। ਭਾਵ ਨਾ ਹੋਣਾ, ਭਾਵ ਦਾ ਹੋਣਾ, ਅਭਾਵ ਹੁੰਦਾ ਨਾ ਹੋਣਾ, ਹੋਂਦ ਅਣਹੋਂਦ। ਮਤਲਬ ਇੱਥੇ ਅਣਹੋਂਦ ਦੀ ਗੱਲ ਆ, ਅਣਭਾਵ ਦਾ ਅਰਥ ਅਣਹੋਂਦ, ਖਾਤਮਾ, ਨਾਸ, ਨਾ ਹੋਣਾ। ਜਿਨ੍ਹਾਂ ਦੇ ਸੁਤੇ ਸਿੱਧੀ ਨਾ ਹੋਣਾ ਰੂਪ, ਭਾਵ ਜੋ ਨਾ ਹੋਣਾ ਰੂਪ ਸੰਸਾਰ ਆ, ਉਹ ਸੰਸਾਰ ਦੇ ਜਿਹੜੇ ਦ੍ਰਿਸ਼ ਹੈ, ਦ੍ਰਿਸ਼ ਕਹੀਏ ਦਿਸ ਰਹੇ, ਦ੍ਰਿਸ਼ ਦਾ ਅਰਥ ਦਿਸ ਰਹੇ, ਉਹ ਕੀ ਆ ਪਦਾਰਥ। ਪਦਾਰਥ ਕੇ ਪਦਾਰਥਾਂ ਦਾ ਜਿਹੜਾ ਭਇਓ ਕੀ ਹੋ ਗਿਆ ਨਾ ਹੋਣਾ, ਭਾਵ ਹੋ ਗਿਆ, ਖਾਤਮਾ ਹੋ ਗਿਆ ਹੈ। ਜਿਨ੍ਹਾਂ ਦੇ ਸੁਤੇ ਸਿੱਧੀ ਹਿਰਦੇ ਵਿੱਚੋਂ ਦਿਸਰੇ ਸੰਸਾਰ ਦੇ ਪਦਾਰਥਾਂ ਦਾ ਅਭਾਵ ਹੋ ਗਿਆ, ਨਾਸਪਣਾ ਹੋ ਗਿਆ। ਅਥਵਾ ਵੀ ਸਹਿਜ ਅਵਸਥਾ ਦੁਆਰਾ ਜਿਨ੍ਹਾਂ ਦੇ ਅਭਾਵ ਹੋ ਗਿਆ। ਕਹਾ ਗਏ ਤਿਆਗੇ ਕਹਾ, ਤਿਆਗੇ ਪਾਠ ਜਈਆ ਪਾਉਣਾ ਚਾਹੀਦਾ, ਨਹੀਂ ਤੇ ਫਿਰ ਜੇ ਜਈਆ ਪੂਰਾ ਕਰਨਾ ਹੈ ਤੱਤੇ ਨੂੰ ਸਿਹਾਰੀ ਲੱਗੇਗੀ। ਇਸ ਦੋ ਤਰ੍ਹਾਂ ਦੇ ਨਾਲ ਪੱਖ ਦੇ ਨਾਲ ਪਾਠ ਸ਼ੁੱਧ ਹੋਊਗਾ, ਜਾਂ ਤੇ ਪਾਉਣਾ ਜਈਆ ਹੋਵੇ ਜਾਂ ਤੱਤੇ ਨੂੰ ਸਿਹਾਰੀ ਹੋਵੇ, ਫਿਰ ਤਿਆਗੇ ਬਣ। ਕਹਾਂ ਗਏ ਤਿਆਗੇ ਕਹਾਂ, ਉਹਨਾਂ ਨੇ ਕਹਾ ਕਹੀਏ ਕੀ, ਗਏ ਕਹੀਏ ਗ੍ਰਹਿਣ ਪਕੜਨਾ ਹੈ। ਉਹਨਾਂ ਨੇ ਭਾਵ ਕਹਾ ਗਏ, ਕਹਾ ਦਾ ਅਰਥ ਕੀ, ਗਏ ਦਾ ਅਰਥ ਗ੍ਰਹਿਣ। ਉਹਨਾਂ ਨੇ ਕੀ ਗ੍ਰਹਿਣ ਕਰਨਾ ਪਕੜਨਾ ਹੈ, ਤਿਆਗੇ ਕਹਾਂ, ਤੇ ਕੀ ਉਹਨਾਂ ਨੇ ਤਿਆਗੇ ਛੱਡਣਾ ਹੈ। ਕਿਉਂ? ਕਿਉਂਕਿ ਛੂਟਿਓ ਭਾਵ ਅਭਾਵ, ਕਿਉਂਕਿ ਉਹਨਾਂ ਦੇ ਚਿੱਤ ਵਿੱਚੋਂ ਤੇ ਭਾਵ ਕਹੀਏ ਹੈ ਰੂਪ, ਅਭਾਵ ਕਹੀਏ ਨਾ ਰੂਪ, ਭਾਵ ਕਹੀਏ ਹੋਣਾ, ਅਭਾਵ ਕਹੀਏ ਨਾ ਹੋਣਾ। ਇਹਦੇ ਦੋਵਾਂ ਦੇ ਉਹ ਤੇ ਛੁੱਟ ਗਏ ਵੀ ਹੈ ਕਿ ਨਹੀਂ ਹੈ। ਇਹਦੇ ਉਹਨਾਂ ਅੰਦਰੋਂ ਬਿਰਤੀ ਖਤਮ ਹੋ ਗਈ, ਫਿਰ ਉਹ ਕੀ ਗ੍ਰਹਿਣ ਕਰਦੇ ਕੀ ਛੱਡਣ। ਜਿਨ੍ਹਾਂ ਗਿਆਨਵਾਨ ਪੁਰਸ਼ਾਂ ਦੇ ਸਹਿਜ ਕੇ ਸੁਤੇ ਸਿੱਧੀ ਸੰਸਾਰ ਦੇ ਜਿਹੜੇ ਦ੍ਰਿਸ਼ ਕੀ ਦਿਸ ਰਹੇ ਪਦਾਰਥ ਆ, ਉਹਨਾਂ ਦਾ ਭਾਵ ਹੋ ਗਿਆ, ਨਾ ਹੋਣਾ ਹੋ ਗਿਆ, ਖਾਤਮਾ ਹੀ ਹੋ ਗਿਆ। ਜਿਨ੍ਹਾਂ ਚਿਰ ਦੇ ਵਿੱਚੋਂ ਸੁਤੇ ਸਿੱਧੀ ਕਹਾਂ ਗਏ ਤਿਆਗੇ ਕਹਾਂ, ਉਹ ਕੀ ਗ੍ਰਹਿਣ ਕਰਨ ਤੇ ਕੀ ਉਹ ਤਿਆਗਣ। ਹਾਂਜੀ, ਛੂਟਿਓ ਭਾਵ ਅਭਾਵ, ਛੂਟਿਓ ਦੇ ਟਾਂਗੇ ਨੂੰ ਹੁਸ਼ਿਆਰੀ ਜਾਈਆ, ਪੂਰਾ ਤੇ ਹੋੜਾ ਲੱਗਾ ਨੂੰ ਛੂਟਿਓ।
ਉਹਨਾਂ ਦੇ ਅੰਦਰੋਂ ਅਤੇ ਇਹਦੇ ਵਿੱਚ ਉਹਦੇ ਜਿਹੜਾ ਹੋਣਾ ਨਾ ਹੋਣਾ ਹੀ ਛੁੱਟ ਗਿਆ। ਅਥਵਾ ਵੀ ਸੰਸਾਰ ਦੀ ਪਕੜ ਵੀ ਕਿਵੇਂ ਕਰਨ, ਤਿਆਗ ਵੀ ਕਿਵੇਂ ਕਰਨ, ਕਿਉਂਕਿ ਉਹਨਾਂ ਦੇ ਹਿਰਦੇ ਵਿੱਚ ਪਦਾਰਥਾਂ ਦਾ ਤੇ ਹੋਣਾ ਨਾ ਹੋਣਾ ਸਭ ਛੁੱਟ ਗਿਆ। ਭਾਵ ਦਾ ਅਰਥ ਵੀ ਜੇ ਹੋਣਾ ਕਰਕੇ ਗ੍ਰਹਿਣ ਕਰਨਾ, ਨਾ ਹੋਣਾ ਮੰਨ ਕੇ ਤਿਆਗ ਕਰਨਾ, ਇਹ ਤਾਂ ਸਭ ਮਿਟ ਹੀ ਗਿਆ ਹੈ। ਪੀਓ ਕਰਨ ਚਾਹ ਵੀ ਆ ਮੇਰੀ ਚੀਜ਼ ਆ, ਕਿਉਂਕਿ ਉਹਨੂੰ ਪਤਾ ਰਹਿਣੀ ਨਹੀਂ ਹੈ। ਭਾਵ ਹੋਣਾ ਵੀ ਇਹ ਹੈਗਾ ਹੈ, ਮੇਰਾ ਹੈ। ਉਹਨਾਂ ਨੂੰ ਪਤਾ ਉਹ ਕੀ ਇਹਦਾ, ਜੇ ਇਹ ਚਾਹ ਕਰਨ ਵੀ ਹੈਗਾ ਹੈ ਤੇ ਉਹਨਾਂ ਨੂੰ ਇਹ ਤੇ ਹੈ ਵੀ ਇਹ ਨਾਸਵਾਨ ਹੈ। ਜੋ ਕਹਿੰਦੇ ਵੀ ਹੈਗਾ ਹੈ ਤੇ ਇਹਦਾ ਭਾਵ ਹੁੰਦਾ, ਜੇ ਭਾਵ ਖਾਤਮਾ ਹੁੰਦਾ ਤੇ ਫਿਰ ਕੀ ਕਹਿਣ ਵੀ ਹੈਗਾ ਹੈ, ਕੁਝ ਨਹੀਂ ਕਹਿ ਸਕਦੇ। ਮਤਲਬ ਉਹਨਾਂ ਦੇ ਅੰਦਰ ਦੋਵੇਂ ਚੀਜ਼ਾਂ ਛੁੱਟ ਗਈਆਂ। ਦ੍ਰਿਸ਼ ਪਦਾਰਥ ਕੇ ਭਇਓ ਜਿਨ ਕੇ ਸਹਿਜ ਭਾਵ, ਇਹ ਵੀ ਸਿੱਖ ਜਿਨ੍ਹਾਂ ਦੇ ਹਿਰਦੇ ਵਿੱਚੋਂ ਸੁਤੇ ਸੇਧੀ ਦਿਸ ਰਹੇ ਪਦਾਰਥਾਂ ਦਾ, ਦ੍ਰਿਸ਼ ਦਾ ਅਰਥ ਦਿਸ ਰਹੇ ਪਦਾਰਥ ਸੰਸਾਰ ਦੇ ਹੀ ਆ। ਸੰਸਾਰ ਦੇ ਜਿੰਨੇ ਪਦਾਰਥ ਆਪਾਂ ਵੇਖਣ ਦੇ ਅੱਖੀ ਨਜ਼ਰੀਆ ਆਉਂਦੇ, ਮਾਇਆ ਜਿੰਨੀ ਦਿਖਣ ਡਈ ਆ ਪਦਾਰਥ ਸਮਝ ਲਓ, ਬੈੱਡ ਬੁੱਡ ਜੀ ਜਿਹੜੇ ਹੈਗੇ ਆ, ਫਰਿੱਜਾਂ ਘਰ ਏਸੀ ਉਸੀ ਪਏ ਪਦਾਰਥ ਹੀ ਆ ਨਾ, ਸੰਸਾਰੀ ਪਦਾਰਥ। ਤੇ ਜਿਨ੍ਹਾਂ ਦੇ ਹਿਰਦੇ ਵਿੱਚ ਇਹਦਾ ਭਾਵ ਨਾਤ ਖਾਤਮਾ ਹੋ ਗਿਆ ਨਾ, ਵੀ ਇਹ ਤਾਂ ਆਪਣੇ ਨਹੀਂ, ਉਹ ਕੀ ਗ੍ਰਹਿਣ ਕਰਨ ਤੇ ਕੀ ਛੱਡਣ। ਠੀਕ ਆ, ਭਾਵ ਇਹਦਾ ਸੁੱਖ ਤੇ ਜਦੋਂ ਮਿਲਦਾ ਲੈ ਲੂ ਰਹਿੰਦੇ, ਇਹਦਾ ਹੱਕ ਨਹੀਂ ਜਣਾਉਂਦੇ। ਇਹ ਭਾਵ ਵੀ ਅੱਜ ਸਾਹਮਣੇ ਦਿਖ ਰਿਹਾ ਪਦਾਰਥ, ਉਹਨੂੰ ਕੀ ਉਹ ਗ੍ਰਹਿਣ ਕਰਨ, ਪਤਾ ਉਹਨਾਂ ਨੂੰ ਵੀ ਰਹਿਣਾ ਨਹੀਂ, ਕੀ ਉਹਨੂੰ ਛੱਡਣ ਵੀ ਉਹ ਕੀ ਉਹਨੂੰ, ਭਾਵ ਨਾਮ ਦੇ ਹਿਰਦੇ ਵਿੱਚ ਨਾ ਗ੍ਰਹਿਣ ਕਰਨ ਦੀ ਕੋਈ ਭਾਵਨਾ ਹੈ ਵੀ ਸਾਡਾ ਹੀ ਆ, ਨਾ ਉਹਨੂੰ ਛੱਡਣ ਵਿੱਚ ਕੋਈ ਇਹਦੇ ਵਿੱਚ ਕੋਈ ਆਦੇ ਵੀ ਇਸ਼ਤਿਆ ਸਾਡਾ ਨਹੀਂ ਆ, ਕਿਉਂਕਿ ਉਹਨੂੰ ਪਤਾ ਵੀ ਮੁੱਕ ਦੀ ਗੱਲ ਨਾ ਸਮਾਨ ਚੀਜ਼ ਹੈ। ਹਾਂਜੀ, ਇਹ ਤਾਂ ਖਤਮ ਹੋ ਜਾਣੇ ਵਾਲੇ ਪਦਾਰਥ, ਕਾਰੋਬਾਰ ਸਭ ਕੁਝ ਹੀ ਨਾਸ ਹੋਣ ਵਾਲਾ। ਗ੍ਰਹਿਣ ਕਰਨ, ਜੇ ਗ੍ਰਹਿਣ ਕਰਨ ਦੀ ਬਿਰਤੀ ਰੱਖਦੇ ਆ ਤੇ ਨਾਸਵਾਨ ਆ, ਜੇ ਛੱਡਦੇ ਆ ਤੇ ਉਹ ਦਿਸ ਵੀ ਰਿਹਾ ਹੈ। ਇਸ ਪ੍ਰਕਾਰ ਉਹਨਾਂ ਦੇ ਹਿਰਦੇ ਵਿੱਚ ਛੁੱਟੇ ਆ ਭਾਵ ਛੁੱਟਿਆ, ਮਤਲਬ ਉਹਨਾਂ ਨੂੰ ਕੋਈ ਤਮੰਨਾ ਨਹੀਂ, ਜੋ ਹੈ ਸੋ ਸਾਹਮਣੇ ਹੀ ਹੈ, ਕੋਈ ਪ੍ਰਵਿਰਤੀ ਨਹੀਂ ਉਹਨਾਂ ਦੀ, ਉਹਦੇ ਵਿੱਚ ਕੋਈ ਉਹਨਾਂ ਦਾ ਗ੍ਰਹਿਣ ਪੁਣਾ ਨਹੀਂ। ਉਹ ਗੁਰਮੁਖਾਂ ਨੇ ਗੁਰਮੁਖ ਪ੍ਰਵਿਰਤ ਨਿਰਤ ਪਛਾਣੇ। ਗ੍ਰਹਿਣ ਕਿਵੇਂ ਕੀ ਕਰਨਾ, ਕਿਸ ਤਰ੍ਹਾਂ ਕਹਾ ਦਾ ਕਿਸ ਤਰ੍ਹਾਂ ਹੁੰਦਾ, ਕਿਸ ਤਰ੍ਹਾਂ ਗ੍ਰਹਿਣ ਕਰਨੀ ਆ ਤੇ ਕਹਾਂ ਤੇ ਆਗਿਆ ਵੀ ਕਿਸ ਤਰ੍ਹਾਂ ਫਿਰ ਤਿਆਗ ਕਰਨਾ, ਉਹ ਸਾਰਾ ਹੀ ਜਾਣਦੇ ਆ। ਕਿਉਂਕਿ ਹੈ ਰੂਪ ਨਾ ਰੂਪ ਦੋਵੇਂ ਚੀਜ਼ਾਂ ਦਾ ਭਾਵਨਾ ਅੰਦਰ ਛੁੱਟ ਗਿਆ, ਪਰ ਕੋਈ ਨੂੰ ਚਿੰਤਾ ਨਹੀਂ ਹੈ, ਪਦਾਰਥਾਂ ਵਿੱਚ ਕੋਈ ਤਮੰਨਾ ਨਹੀਂ। ਇਸ ਪ੍ਰਕਾਰ ਜਿਹੜੇ 15 ਤੱਕ ਆਪਾਂ ਅੱਜ ਇਹ ਪੜ੍ਹ ਲਿਆ ਹੈ, ਜਿਹੜਾ ਵਿਸ਼ਰਾਮ 8ਵਾਂ, ਹੁਣ ਆਪਾਂ ਅੱਜ ਇੱਥੇ ਸਮਾਪਤੀ ਕਰੀਏ। ਗੁਰੂ ਸਾਹਿਬ ਕਿਰਪਾ ਕਰਨਗੇ, ਕੱਲ੍ਹ ਆਪਾਂ ਫਿਰ ਅੱਗੋਂ ਜਿਹੜਾ ਨੂੰ ਪੜ੍ਹ ਲਵਾਂਗੇ। ਸੋ ਅੱਜ ਇੱਥੇ ਸਮਾਪਤੀ ਕਰੀਏ ਜੀ, ਅਖੀਰਲੀਆਂ ਪੰਕਤੀਆਂ ਪੜ੍ਹ ਕੇ। ਦੋਹਰਾ ਦ੍ਰਿਸ਼ ਪਦਾਰਥ ਕੋ ਭਾਇਓ ਜਿਨ ਕੇ ਸਹਿਜ ਅਭਾਵ, ਕਹਾਂ ਗਏ ਤਿਆਗੇ ਕਹਾ ਛੂਟਿਓ ਭਾਵ ਅਭਾਵ। ਛੂਟਿਓ ਤੇ ਟੈਂਕੇ ਨੂੰ ਸਿਆਰੀ ਹੈ, ਗਈਆ ਪੂਰਾ ਤੇ ਉਹਨੂੰ ਹੋੜਾ ਲੱਗਾ, ਛੂਟਿਓ ਮੈਂ ਬਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।